ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸਾ ਪੁਰੀ, ਸੇ ਅਹਨਿਸ ਫਿਰੈ ਜਲੰਤ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸਾ ਪੁਰੀ, ਸੇ ਅਹਨਿਸ ਫਿਰੈ ਜਲੰਤ। ਤੂੰ ਠਾਕਰੋ ਬੈਰਾਗਰੋ, ਮੈਂ ਜਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹਰ ਅੰਮ੍ਰਿਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਗਰਬ ਨਾ ਕੀਜੈ ਰੇਣ ਹੋਵੀਜੈ, ਤਾਂ ਗਤ ਜੀਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਹੀ ਘਣ ਚੇਰੀ ਰਾਮ। ਹਮ ਅਵਗੁਣ ਭਰੇ, ਏਕ ਗੁਣ ਨਾਹੀ। ਅੰਮ੍ਰਿਤ ਛਾੜ ਵਿਖ ਵਿਖ ਖਾਏ, ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਏ, ਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਏ, ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਏ, ਟਲ ਗੁਰ ਸੇਵੀਐ। ਅਹਨਿਸ ਸਹਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਸਿਫਤ ਖਸੰਮਦੀ। ਨੂਰ ਅਰਸੋਂ ਗੁਰ ਸੋਹ ਝਟਿਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੇ ਕਟਿਐ, ਜਣੋ ਸੱਚਾ ਪਾਤਸ਼ਾਹ। ਸਿਰ ਸਾਹਾਂਦਾ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਣ। ਐਸਾ ਨਾਮ ਨਿਰੰਜਨ ਦੇਓ, ਹਉ ਜਾਚਕ ਤੂੰ ਅਲਖ ਅਭੈਓ। ਰਹਾਉ ਮਾਇਆ ਮੋਹ ਧਰਕਟੇ ਨਾਰ, ਭੂੰਡੇ ਕਾਮਣ ਕਾਮਣਿਆਰ।
ਝੂਠਾ ਦਿਨ ਚਾਰ, ਨਾਮ ਮਿਲੈ ਚਾਨਣ ਅੰਧਿਆਰ। ਚਖ ਛੋਡੇ ਸਹਸਾ ਨਹੀਂ ਕੋਏ, ਬਾਪ ਦਿਸੈ ਵੇ ਜਾਤ ਨ ਹੋਏ। ਏਕੇ ਕਉ ਨਾਹੀ ਭਉ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੂਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸਾਚੈ ਧਾਰਿਆ। ਅਵਰ ਨ ਸੂਝੈ ਗੁਰ ਕਉ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਅਵਰ ਨ ਸੂਝੈ ਗੁਰ ਕਉ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ, ਧੰਨ 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 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰ ਕੇ ਬਸੰਤ ਪੰਚਮੀ ਦੇ ਜੋੜ ਮੇਲੇ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੇ ਹੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਸ ਪਵਿੱਤਰ ਪਾਵਨ ਸਥਾਨ ਤੇ ਬੈਠ ਕੇ ਪਾਵਨ ਸਰੋਵਰ ਵਿੱਚ ਆਪਣੇ ਚਰਨ ਪਾ ਕੇ ਹੁਕਮ ਕੀਤਾ, ਜਿਹੜਾ ਕੋਈ ਮਾਈ ਭਾਈ ਬਸੰਤ ਪੰਚਮੀ ਵਾਲੇ ਦਿਨ ਇਸ ਪਾਵਨ ਸਰੋਵਰ 'ਚ ਇਸ਼ਨਾਨ ਕਰੇਗਾ, 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਤਿਸ ਨੂੰ ਪ੍ਰਾਪਤ ਹੋਵੇਗਾ। ਇਹ ਬਚਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੇ ਇਸ ਪਵਿੱਤਰ ਸਥਾਨ ਤੇ ਬੈਠ ਕੇ ਕਹੇ। ਸਾਹਿਬਾਂ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਪਾਲਣਾ ਕਰਨ ਵਾਸਤੇ ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੂਰੋਂ ਦਰੇਡਿਓਂ ਅੱਜ ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ, ਹਰ ਸਾਲ ਭਰਦੀਆਂ ਹਨ। ਬਸੰਤ ਪੰਚਮੀ ਦੇ ਦਿਨ ਨਾਲ ਬਹੁਤ ਸਾਰੇ ਇਤਿਹਾਸਕ ਤੱਥ ਜੁੜੇ ਹੋਏ ਨੇ। ਆਮ ਕਰਕੇ ਹਿੰਦੁਸਤਾਨ ਦੇ ਵਿੱਚ ਬਸੰਤ ਪੰਚਮੀ ਦਾ ਜਿਹੜਾ ਦਿਨ ਹੈ ਉਹ ਕਾਮ ਔਰ ਉਸ ਦੀ ਘਰਵਾਲੀ ਰਤੀ ਦੇ ਸਬੰਧ ਵਿੱਚ ਉਹਦੀ ਪੂਜਾ ਕਰਦੇ ਆ, ਬਤੀਤ ਕਰਦੇ। ਜਿੱਥੇ ਆਪਾਂ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਆ, ਇੱਥੇ ਬਸੰਤ ਪੰਚਮੀ ਦਾ ਦਿਨ ਆਪਾਂ ਮਨਾਉਂਦੇ ਆ। ਨੌਵੇਂ ਪਾਤਸ਼ਾਹ ਦਾ ਇਸ ਪਵਿੱਤਰ ਸਥਾਨ ਤੇ ਅੱਜ ਦੇ ਦਿਨ ਆਉਣਾ। ਹੁਕਮਨਾਮੇ ਦੇ ਜਦੋਂ ਆਪ ਜੀ ਦਰਸ਼ਨ ਕਰਦੇ ਹੋ ਨੌਵੇਂ ਪਾਤਸ਼ਾਹ ਦੇ ਪਾਵਨ ਹੁਕਮਨਾਮੇ ਦੇ, ਤਾਂ ਉਸ ਹੁਕਮਨਾਮੇ ਵਿੱਚ ਮਾਘ ਮਹੀਨੇ ਦੀ ਸ਼ੁਕਲ ਪੱਖ ਦੀ ਜਿਹੜੀ ਪੰਚਮੀ ਹੈ ਉਹ ਅੱਜ ਦੇ ਦਿਨ ਬਸੰਤ ਪੰਚਮੀ ਬਣਦੀ। ਪਟਿਆਲੇ ਸ਼ਹਿਰ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ 2 ਵੇਰਾਂ ਆਏ ਹਨ।
ਇੱਕ ਵਾਰ ਜਦੋਂ ਸਤਿਗੁਰੂ ਜੀ ਪੂਰਬ ਦਿਸ਼ਾ ਨੂੰ ਗਏ ਨੇ, ਮਾਲਵੇ ਦਾ ਰਟਨ ਕੀਤਾ ਹੈ, ਉਸ ਵਕਤ ਸਤਿਗੁਰੂ ਜੀ ਨੇ ਇਸ ਸਥਾਨ ਤੇ ਜਿੱਥੇ ਆਪਾਂ ਬੈਠੇ ਆ ਇੱਥੇ ਚਰਨ ਪਾਏ। ਦੂਸਰੀ ਵਾਰ ਜਦੋਂ ਸਤਿਗੁਰੂ ਜੀ ਮੱਘਰ ਸੁਦੀ ਪੰਚਮੀ ਵਾਲੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਲਈ ਗਏ ਤਾਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਆਪਣੇ ਪਵਿੱਤਰ ਚਰਨ ਪਾਏ। ਪਟਿਆਲੇ ਜ਼ਿਲ੍ਹੇ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਤਕਰੀਬਨ 34-35 ਇਤਿਹਾਸਕ ਸਥਾਨ ਨੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਨੇ, ਇਕੱਲੇ ਪਟਿਆਲੇ ਜ਼ਿਲ੍ਹੇ 'ਚ ਹੀ ਹਨ। ਸਤਿਗੁਰੂ ਨੌਵੇਂ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ। ਉਹਦੇ ਸਬੰਧ ਵਿੱਚ ਪਟਿਆਲੇ ਜ਼ਿਲ੍ਹੇ ਦੇ ਜਿਤਨੇ ਉਹ 34 ਇਤਿਹਾਸਕ ਸਥਾਨ ਨੇ, ਉਹਨਾਂ ਇਤਿਹਾਸਕ ਸਥਾਨਾਂ ਵਾਸਤੇ ਦਰਸ਼ਨ ਦਿਦਾਰੇ ਨਗਰ ਕੀਰਤਨ ਜਿਹੜਾ ਹੈ ਉਹ 1 ਮਾਰਚ ਨੂੰ ਇੱਥੋਂ ਪ੍ਰਾਰੰਭ ਹੋ ਰਿਹਾ, ਜਿੱਥੇ ਸੰਗਤਾਂ ਵਿੱਚ ਹਾਜ਼ਰੀਆਂ ਭਰਨਗੀਆਂ, ਉਹਨਾਂ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਨਗੀਆਂ। ਕੀਰਤਨ ਕਰਦਿਆਂ ਸੰਗਤ ਜਾਏਗੀ 1 ਮਾਰਚ ਤੋਂ 6 ਮਾਰਚ ਤੱਕ, ਕਿਉਂਕਿ ਲੰਮਾ ਨਗਰ ਕੀਰਤਨ ਹੋਵੇਗਾ। ਉਹਦੇ ਦੌਰਾਨ ਸਾਰੀਆਂ ਸੰਗਤਾਂ ਬੇਨਤੀ ਹੈ ਹਾਜ਼ਰੀਆਂ ਵੀ ਭਰਿਓ, ਮਹਾਰਾਜ ਨੌਵੇਂ ਪਾਤਸ਼ਾਹ ਦੇ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਿਓ। ਬਹੁਤ ਸਾਰੀ ਸੰਗਤ ਨੂੰ ਪਤਾ ਹੀ ਨਹੀਂ ਕਈ ਸਥਾਨਾਂ ਦਾ ਕਿ ਨੌਵੇਂ ਪਾਤਸ਼ਾਹ ਦੇ ਪਾਵਨ ਸਥਾਨ ਨੇ, ਜਿਵੇਂ ਇੱਧਰ ਨਨੇੜੀ ਪਿੰਡ ਹੈ, ਲੋਹ ਸਿੰਬਲੀ ਨਗਰ ਹੈ, ਆ ਮਹਿਮਦਪੁਰ ਜੱਟਾਂ ਬਹਾਦਰਗੜ੍ਹ ਸਾਹਿਬ ਤੋਂ ਜਦੋਂ ਘਨੌਰ ਨੂੰ ਜਾਈਏ, ਸੀਲ, ਇਹ ਕਿਤਨੇ ਹੀ ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭਾਗ ਰਾਮ ਝੀਵਰ ਗੁਰੂ ਪਾਤਸ਼ਾਹ ਦੇ ਸੇਵਕ ਜੋ ਲਹਿਲ ਪਿੰਡ ਦੇ ਰਹਿਣ ਵਾਲੇ ਸਨ, ਪਟਿਆਲਾ ਨਹੀਂ ਸੀ ਵਸਿਆ ਉਦੋਂ, ਇੱਥੇ ਲਹਿਲ ਪਿੰਡ ਸੀ। ਹੁਣ ਵੀ ਆ ਦਰਬਾਰ ਦੇ ਬਾਹਰਲੇ ਪਾਸੇ ਪਾਰਲੇ ਪਾਸੇ ਹੁਣ ਲਹਿਲ ਕਲੋਨੀ ਆਪਾਂ ਕਹਿ ਦਿੰਦੇ ਹਾਂ। ਲਹਿਲ ਨਗਰ ਦੇ ਸੇਵਕ ਸਨ ਗੁਰੂ ਪਾਤਸ਼ਾਹ ਦੇ ਘਰਦਰ ਦੇ ਭਾਈ ਭਾਗ ਰਾਮ ਜੀ। ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਨਗਰ ਵਿੱਚ ਬਿਮਾਰੀ ਦਾ ਪ੍ਰਕੋਪ ਹੈ, ਜੀਵ ਬਿਮਾਰੀਆਂ ਦੇ ਨਾਲ, ਰੋਗਾਂ ਦੇ ਨਾਲ ਮਰਦੇ ਹਨ। ਸਤਿਗੁਰੂ ਜੀ ਜਿੱਥੇ ਆਪ ਜੀ ਨੇ ਇਸ਼ਨਾਨ ਕੀਤੇ ਨੇ ਇਸ ਪਾਵਨ ਸਰੋਵਰ ਵਿੱਚ, ਇਹ ਉਦੋਂ ਟੋਭਾ ਹੀ ਕਿਹਾ ਜਾਂਦਾ ਸੀ। ਗੁਰਦੇਵ ਨੇ ਆਪਣੇ ਚਰਨ ਪਾਏ ਔਰ ਬਚਨ ਕੀਤਾ, ਜਿਹੜਾ ਇਹਦੇ ਵਿੱਚ ਇਸ਼ਨਾਨ ਕਰੇਗਾ ਉਸ ਦੇ ਦੁੱਖਾਂ ਦੀ, ਰੋਗਾਂ ਦੀ ਨਿਵਰਤੀ ਹੋਵੇਗੀ। ਉੱਥੋਂ ਇਸ ਪਵਿੱਤਰ ਇਤਿਹਾਸਕ ਸਥਾਨ ਦਾ ਨਾਮ ਪਿਆ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਦੁੱਖਾਂ ਦੀ ਨਿਵਰਤੀ। ਨਗਰ ਦੀ ਰਹਿਣ ਵਾਲੀ ਇੱਕ ਮਾਤਾ ਸੀ ਮਾਈ ਕਰਮਾਂ ਦੇਈ। ਵਾਕਈ ਕਰਮਾਂ ਵਾਲੀ ਮਾਈ ਹੋਵੇਗੀ ਜਿਹੜੀ ਅਟਲ ਹੋ ਗਈ ਨੌਵੇਂ ਪਾਤਸ਼ਾਹ ਦੀ ਸੇਵਾ ਕਰਕੇ। ਨਾਂ ਵੀ ਕਰਮਾਂ ਦੇਵੀ ਸੀ। ਖਤਰਾਣੀ ਸੀ। ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਵਾਜ ਸਾਡੇ ਨਗਰ ਵਿੱਚ ਇੱਕ ਹੋਰ ਬਿਮਾਰੀ ਹੈ ਕਿ ਅਠਰਾਏ ਨਾਲ ਬੱਚੇ ਸ਼ਾਂਤ ਹੋ ਜਾਂਦੇ ਨੇ। ਅਠਰਾਏ ਦੀ ਬਿਮਾਰੀ ਜਿਹੜੀ ਹੁੰਦੀ ਹੈ ਬੜੀ ਭਿਆਨਕ ਬਿਮਾਰੀ ਹੁੰਦੀ ਹੈ। ਮਾਤਾ ਦੇ ਗਰਭਾਸ਼ਯ ਵਿੱਚ 8ਵੇਂ ਮਹੀਨੇ 'ਚ ਬੱਚਾ ਸੁੱਕ ਜਾਂਦਾ ਹੈ। ਜਨਮ ਤੋਂ ਬਾਅਦ ਵੀ ਕਈ ਵਾਰ 8ਵੇਂ ਮਹੀਨੇ ਦੇ ਵਿੱਚ ਜਾਂ 18 ਦਿਨਾਂ ਬਾਅਦ ਜਾਂ 18 ਹਫ਼ਤਿਆਂ ਬਾਅਦ ਇਦਾਂ ਦੀ ਇਹ ਬਿਮਾਰੀ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਜਿਹੜਾ ਇਸ ਪਾਵਨ ਸਰੋਵਰ 'ਚ ਇਸ਼ਨਾਨ ਕਰੇਗਾ ਉਸ ਨੂੰ ਇਹ ਰੋਗ ਵੀ ਕਦੇ ਨਹੀਂ ਵਿਆਪੇਗਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਰੋਗਾਂ ਸੋਗਾਂ ਤੋਂ ਵੀ ਬਚਾਉਂਦੇ ਹੈ। ਕਲਗੀਧਰ ਜੀ ਦੇ ਅੰਮ੍ਰਿਤ ਬਚਨ ਨੇ, ਸਵਈਏ ਤੁਸੀਂ ਪੜ੍ਹਦੇ ਹੋ ਸੁਣਦੇ ਹੋ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵ ਹੈ,
सत्र अनेक चलावत कहावतऊ तन एक न लागन पावै। राखत है अपनो करदै कर पाप समूह न भेटन पावै। और की बात कहाँ कह तो सो पेट ही के पट बीच बचावै। जिन्हां अंदर भावना है गुरु साहब जी दे उत्ते यकीन भरोसा रखते हैं वो ऐसी अवस्था नूं प्राप्त हुंदे हैं। दयानिध स्वामी नौवें पातशाह जी महाराज जी ने इत्थे सदा व्रत लंगर ला दिते। बोर्ड सी इत्थे पुरातन जिहदे थल्ले सतगुरु जी ने अपने चरण पाए निवास किया। हुक्मनामे च बकायदा उस बोर्ड का जिक्र है। आप विचों बहुत सारियां संगतां ने दर्शन कीते होणगे। उहदे थल्ले गरीब नवाज पातशाह जी ने आसन लाया सी और बैठ के बचन किया कि भाई इत्थे अस्थान ते थड़ा बनाओ और लंगर चलाओ। लंगर चलाण दा हुक्म कीता, अस्थान बनाण दा हुक्म कीता। आख्या जी इत्थे आबादी नहीं हुंदी। सेवकां ने संगत ने बेनती की, महाराज जी इत्थे आबादी नहीं हुंदी। तो गरीब नवाज पातशाह जी ने आख्या बेअंत आबादी होवेगी, सिखां दी राजधानी होवेगी। अज पटियाले शहर नूं सिੱਖੀ दा कोठा कह लीए ते अतकथनी नहीं है। धन श्री गुरु तेग बहादुर साहब नौवें पातशाह जी की कृपा नाल बेअंत गुरु के सिख इस नगर दे विच वसदे। सिखां दी राजधानी भी रही। बाबा आला सिंह ने नगर वसाया। ये धन श्री गुरु तेग बहादुर साहब का साडे सारियां ते महान परोपकार है। ये नौवें पातशाह का साडे ते महान तरस है। और सदैवी काल वास्ते गरीब नवाज पातशाह ने इत्थे सदा व्रत लंगर ला दिता। दुखां दी निर्वृत्ति का सदा व्रत लंगर। जिथे अमृत सरोवर दे इशनान का महात्म सतगुरु जी ने दस्सिया, उथे अमृत सरोवर दे इशनान दे नाल जिथे आप जी बैठे हुए साध संगत भी अमृत सरोवर है। इत्थे सुरती का इशनान हुंदा, मन का इशनान हुंदा। कर इशनान सिमर प्रभ अपना, मन तन भय अरोगा। क्योंकि जिथे गुरबाणी दी विचार होवे वो भी तीर्थ कहा सतगुरु जी ने। तीर्थ नहावन जाओ, तीर्थ नाम है। तीर्थ शब्द विचार अंतर ज्ञान है। शब्द दी विचार भी महान तीर्थ है। जिथे साडियां सुरतियां पवित्र हुंदियां ने, शुद्ध हुंदियां ने, साडे हिरदे दे मन दे जेड़े मलन विचार ने वो दूर हुंदे। तो बेअंत संगतां अमृत वेले तो इस भावना नाल के नौवें पातशाह जी दे बचन हन कि इस पवित्र स्थान ते बसंत पंचमी वाले दिन इशनान कीतियां मनोकामनावां दी पूर्ति हुंदी। 68 तीर्थां दे इशनान दा फल प्राप्त हुंदा है। बेअंत संगतां हाजरियां भरदियां। गुरु खालसा जी, दुनिया दे जितने तीर्थ हैं उन्हां तीर्थां चों गुरु तीर्थ महान हैं। क्योंकि इत्थे केवल तीर्थ इशनान नहीं है, शब्द का इशनान भी है। जिथे सतगुरां दे चरण पए वो थां तीर्थ बन जाती है। गुरबाणी का महावाक है, जन के चरण तीर्थ कोट गंगा। रब दे प्यारियां दे चरनां दे जिहड़ा थां जिथे वो चरण पाउंदे आ, वो मान लो भी करोड़ां गंगा दे तीर्थां दे मानिंद है। करोड़ां गंगा, एक गंगा दी गल नहीं है। पुछया तीर्थ बड़ा के हर का दास, आख्या हरि दा दास। जिथे वो अपने चरण पाउंदा वो थां तीर्थ हो जाती। नौवें पातशाह दे पवित्र चरण इस स्थान ते पए ते ए थान गुरसिखां लई पवित्र पावन महान तीर्थ हो निबड़िया। जिथे जाए बह मेरा सतगुरु सो थान सुहावा
ਰਾਮ ਰਾਜੇ। ਚਾਓ ਹੈ ਗੁਰਸਿੱਖਾਂ ਦੇ ਹਿਰਦਿਆਂ ਵਿੱਚ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਕਿ 9ਵੇਂ ਪਾਤਸ਼ਾਹ ਦਾ ਆਗਮ ਹੋਇਆ ਇਸ ਅਸਥਾਨ ਤੇ। ਬਸੰਤ ਪੰਚਮੀ ਦੇ ਜੋੜ ਮੇਲੇ ਨਾਲ ਜੋ ਇਹ ਇਤਿਹਾਸ ਇਸ ਸਥਾਨ ਦਾ ਜੁੜਿਆ, ਮੈਂ ਆਪ ਜੀ ਨਾਲ ਸੰਖਿਪਤ ਰੂਪ 'ਚ ਸਾਂਝਾ ਕੀਤਾ ਹੈ। ਉੱਥੇ ਅੱਜ ਦੂਸਰਾ ਇਤਿਹਾਸਕ ਦਿਨ ਇਸ ਬਸੰਤ ਪੰਚਮੀ ਨਾਲ ਜੋ ਜੁੜਿਆ ਹੋਇਆ ਹੈ, ਉਹਦੀ ਵੀ ਵਿਚਾਰ ਆਪਾਂ ਕਰ ਲਈਏ। ਸਾਹਿਬੇ ਕਮਾਲ ਗੁਰੂ ਕਲਗੀਧਰ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਵਿਆਹ ਪੁਰਬ ਦਾ ਦਿਨ ਹੈ। ਭਾਵੇਂ ਕਿ ਹਾੜ ਦੇ ਮਹੀਨੇ 'ਚ ਸ਼ਾਦੀ ਹੋਈ ਮਾਤਾ ਜੀਤੋ ਜੀ ਨਾਲ, ਪਰ ਇਹ ਦਿਨ ਅੱਜ ਦੇ ਦਿਨ ਪੰਥ ਗੁਰੂ ਕੇ ਲਾਹੌਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਉਂਦਾ। ਅੱਜ ਵੀ ਅਨੰਦਪੁਰ ਸਾਹਿਬ ਤੋਂ ਬਰਾਤ ਚੜ੍ਹਨੀ ਔਰ ਗੁਰੂ ਕੇ ਲਾਹੌਰ ਜਾ ਕੇ ਟੁਕਣੀਆਂ, ਉੱਥੇ ਸਮਾਗਮ ਹੁੰਦੇ ਬਸੰਤ ਪੰਚਮੀ ਦੇ। ਲਾਹੌਰ ਨਗਰ ਦੇ ਰਹਿਣ ਵਾਲੇ ਗੁਰੂ ਪਾਤਸ਼ਾਹ ਜੀ ਦੇ ਸੇਵਕ ਸਨ ਭਾਈ ਹਰ ਜਸ ਸੁਪਿੱਖੀ ਖੱਤਰੀ। ਸੁਪਿੱਖੀ ਖੱਤਰੀਆਂ ਦਾ ਗੋਤ ਹੈ। ਭਾਈ ਹਰਜਸ ਜੀ ਨੇ ਆਨੰਦਪੁਰ ਸਾਹਿਬ ਆ ਕੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਮੇਰੀ ਭਾਗਸ਼ਾਲੀ ਸੁਪੁੱਤਰੀ ਹੈ, ਮੇਰੀ ਕੰਖ ਹੈ, ਮੈਂ ਤਿਸ ਨੂੰ ਆਪ ਜੀ ਦੇ ਚਰਨਾਂ ਦੀ ਦਾਸੀ ਬਣਾ। ਗਰੀਬ ਨਵਾਜ ਜੀ ਨੇ ਬਚਨ ਕੀਤਾ, ਭਾਈ ਹਰਜਸ ਜੀ ਮਾਤਾ ਜੀ ਨੂੰ ਜਾ ਕੇ ਬੇਨਤੀ ਕਰੋ। ਮਾਤਾ ਗੁਜਰੀ ਜੀ ਨੂੰ ਜਾ ਕੇ ਬੇਨਤੀ ਕੀਤੀ, ਮਾਤਾ ਜੀ ਨੇ ਰਿਸ਼ਤਾ ਪ੍ਰਵਾਨ ਕੀਤਾ। ਭਾਈ ਹਰਜਸ ਜੀ ਗੁਰੂ ਸਾਹਿਬ ਜੀ ਨੂੰ ਸ਼ਗਨ ਦਾ ਤਿਲਕ ਦੇ ਕਰਕੇ ਆਪਣੇ ਨਗਰ ਲਾਹੌਰ ਗਏ। ਪਰਿਵਾਰ ਨੂੰ ਜਾ ਕੇ ਦੱਸਿਆ, ਖੁਸ਼ੀਆਂ ਚੜ ਗਈਆਂ ਕਿ ਗੁਰੂ ਘਰ ਨਾਲ ਸਾਡਾ ਰਿਸ਼ਤਾ ਜੁੜ ਗਿਆ। ਅਸੀਂ ਗਰੀਬੜੇ ਹਾਂ, ਨਿਮਾਣੇ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਪਰ ਜਿੱਥੇ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਉੱਥੇ ਉਹ ਸਾਡੇ ਵਰਗੇ ਗਰੀਬਾਂ ਨੂੰ ਨਿਵਾਜਣ ਵਾਲੇ ਆ। ਪਰਿਵਾਰ 'ਚ ਬੜੀ ਖੁਸ਼ੀ। ਸਮਾਂ ਆਇਆ, ਕਹਿੰਦੇ ਵਿਆਹ ਦੀ ਤਰੀਕ ਰੱਖੀਏ। ਭਾਈ ਹਰਜਸ ਜੀ ਆਨੰਦਪੁਰ ਸਾਹਿਬ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਵਿਆਹ ਦੀ ਤਾਰੀਖ ਰੱਖੋ, ਆਪ ਜੀ ਜੋ ਹੁਕਮ ਕਰੋ, ਬਰਾਤ ਲੈ ਕੇ ਲਾਹੌਰ ਆਓ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਲਾਹੌਰ ਇੱਥੇ ਆਵੇਗਾ, ਅਸੀਂ ਲਾਹੌਰ ਕਿਉਂ ਆਈਏ, ਲਾਹੌਰ ਹੀ ਇੱਥੇ ਲੈ ਆਉਨੇ ਆ। ਕਹਿਣ ਲੱਗੇ, ਮਹਾਰਾਜ ਵਿਆਹ ਅੱਗੇ ਥੋੜੇ ਕੁ ਦਿਨ ਰਹਿਣਗੇ, ਰਹਿ ਜਾਣਗੇ, ਤੇ ਲਾਹੌਰ ਇੱਥੇ ਕਿਵੇਂ ਆਏਗਾ। ਮਹਾਰਾਜ ਜੀ ਕਹਿੰਦੇ, ਤੁਸੀਂ ਆਪਣਾ ਪਰਿਵਾਰ ਲੈ ਕੇ ਆਓ, ਲਾਹੌਰ ਇੱਥੇ ਵਸੇਗਾ, ਗੁਰੂ ਕਾ ਲਾਹੌਰ ਹੋਵੇਗਾ। ਭਾਈ ਹਰਜਸ ਜੀ ਨੇ ਸਤ ਬਚਨ ਕਿਹਾ, ਪਰਿਵਾਰ ਨੂੰ ਨਾਲ ਲੈ ਕੇ ਉਹ ਆਏ। ਇਧਰ ਕਲਗੀਧਰ ਜੀ ਨੇ ਹੁਕਮ ਕੀਤਾ, ਬਾਣੀਏ ਦੁਕਾਨਦਾਰ ਬਹੁਤ ਸੱਦ ਲਏ, ਆਖਿਆ ਵੀ ਇੱਥੇ ਬਾਜ਼ਾਰ ਬਣਾ ਦਿਓ। ਸੋਹਣੇ ਬਾਜ਼ਾਰ ਬਣ ਗਏ, ਬੇਅੰਤ ਰੌਣਕਾਂ ਹੋ ਗਈਆਂ, ਮੇਲਾ ਲੱਗ ਗਿਆ, ਵਾਕਈ ਲਾਹੌਰ ਬਣ ਗਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਚੜੀ ਆਨੰਦਪੁਰ ਸਾਹਿਬ ਤੋਂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਬੇਅੰਤ ਸੰਗਤਾਂ, ਗੁਰੂ ਸਾਹਿਬ ਜੀ ਦੇ ਦਰ ਘਰ ਦੇ ਸੇਵਕ ਗੁਰੂ ਕੁਲ ਪੁਰੋਹਿਤ ਭਾਈ ਦਇਆ ਰਾਮ ਜੀ, ਮਹਾਰਾਜ ਗੁਰੂ ਕਲਗੀਧਰ ਜੀ ਦੀ ਭੂਆ ਬੀਬੀ ਵੀਰੋ ਦੇ ਪੰਜੇ ਪੁੱਤਰ ਭਾਈ ਸੰਗੋ ਸ਼ਾਹ ਜੀ, ਭਾਈ ਜੀਤ ਮੱਲ ਜੀ, ਮਾਰੀ ਚੰਦ ਜੀ, ਗੰਗਾ, ਇਹ ਸਾਰੇ ਨਾਲ ਗਏ। ਬੜੇ ਬੜੀਆਂ ਸੋਹਣੀਆਂ ਪੋਸ਼ਾਕਾਂ ਗੁਰਸਿੱਖ ਸਰੀਰ ਤੇ ਪਾਉਂਦੇ ਕਿ ਅੱਜ ਕਲਗੀਧਰ ਪਾਤਸ਼ਾਹ ਦੀ ਸ਼ਾਦੀ। ਜਿਸ ਵੇਲੇ ਬਰਾਤ ਲਾਹੌਰ ਪਹੁੰਚੀ, ਮਾਤਾ ਜੀਤੋ ਜੀ, ਸਭ ਤੋਂ ਵੱਡੇ ਮਹਿਲ ਗੁਰੂ ਕਲਗੀਧਰ ਜੀ ਦੇ ਮਾਤਾ ਜੀਤੋ ਜੀ ਹਨ। ਮਾਤਾ ਜੀਤੋ ਜੀ ਉਸ ਭਾਗਸ਼ਾਲੀ ਮਾਤਾ ਨੇ ਜਿਨ੍ਹਾਂ ਦੇ ਉਦਰ ਤੋਂ 3 ਸਾਹਿਬਜ਼ਾਦਿਆਂ ਨੇ ਜਨਮ ਲਿਆ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਮਾਤਾ ਜੀਤੋ ਜੀ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ। ਉਹਨਾਂ ਵੇਲਿਆਂ 'ਚ ਬਰਾਤਾਂ 2-2, 3-3 ਦਿਨ, 4-4 ਦਿਨ ਠਹਿਰਿਆ ਕਰਦੀਆਂ ਸਨ।
2 दिन बीत गए ते एक धोबी कलगीधर पातशाह जी घोड़े ते चढ़े जाण ते महाराज जी दे वस्त्र धोंदा सी। ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਦੇ ਵਸਤਰ ਧੋਣੇ ਹਨ, ਸਫੇਦ ਵਸਤਰ ਨੇ ਤੇ ਪਾਣੀ ਥੋੜਾ ਜਿਹਾ ਗੰਧਲਾ ਹੈ, ਪਾਣੀ ਦੀ ਬੜੀ ਕਿੱਲਤ ਆ ਰਹੀ ਹੈ। ਕਲਗੀਧਰ ਜੀ ਦੇ ਹੱਥ ਵਿੱਚ ਨਾ ਇੱਕ ਬਰਛਾ ਸੀ, ਘੋੜੇ ਤੇ ਬੈਠੇ। ਭਾਈ ਸੰਗੂ ਸ਼ਾਹ ਜੀ ਦੇ ਮਨ 'ਚ ਕਿਤੇ ਸੂਖਮ ਜਿਹਾ ਸ਼ੰਕਾ ਸੰਦੇਹ ਸੀ ਕਿ ਕਲਗੀਧਰ ਜੀ ਮੇਰੇ ਤੋਂ ਉਮਰ ਤੋਂ ਛੋਟੇ ਨੇ, ਇਹਨਾਂ ਦੇ ਸਰੀਰ ਦਾ ਹਾਲੇ ਤਾਣ ਉਹਨਾਂ ਹੋਣਾ ਨਹੀਂ, ਜਿਵੇਂ ਮਨ 'ਚ ਆ ਜਾਂਦੀ ਹੈ ਸੁਭਾਵਕ। ਤੇ ਕਲਗੀਧਰ ਪਾਤਸ਼ਾਹ ਜੀ ਨੇ ਹੱਥ 'ਚੋਂ ਬਰਛਾ ਸੀ ਤੇ ਬੜੇ ਜ਼ੋਰ ਨਾਲ ਉਹ ਪਹਾੜ ਦੀ ਜੜ ਵਿੱਚ ਮਾਰਿਆ। ਸੰਗੋ ਸ਼ਾਹ ਜੀ ਨੂੰ ਕਿਹਾ, ਸੰਗੋ ਸ਼ਾਹ ਜੀ ਇਹ ਬਰਛਾ ਖਿੱਚ ਕੇ ਬਾਹਰ ਕੱਢੋ। ਭਾਈ ਸੰਗੋ ਸ਼ਾਹ ਜੀ ਨੇ ਜਦੋਂ ਬਰਛਾ ਖਿੱਚਿਆ ਤੇ ਉਹ ਬਰਛਾ ਖਿੱਚਿਆ ਨਾ ਜਾਏ। ਮਨ ਦਾ ਜਿਹੜਾ ਭਰਮ ਸੀ ਉਹ ਦੂਰ ਹੋ ਗਿਆ। ਵੀ ਮੈਂ ਸੋਚਦਾ ਸੀ ਵੀ ਗੁਰੂ ਸਾਹਿਬ ਦੇ ਸਰੀਰ 'ਚ ਬਲ ਥੋੜਾ ਹੋਣਾ, ਵੀ ਉਹਨਾਂ ਨੇ ਘੋੜੇ ਤੇ ਬੈਠਿਆਂ ਬਰਛਾ ਮਾਰਿਆ ਤੇ ਮੇਰੇ ਕੋਲੋਂ ਪੁੱਟਿਆ ਨਹੀਂ ਗਿਆ। ਮਹਾਰਾਜ ਜੀ ਨੇ ਘੋੜੇ ਤੇ ਬੈਠਿਆਂ ਬੈਠਿਆਂ ਉਹ ਬਰਛਾ ਪੁੱਟ ਦਿੱਤਾ। ਵਿੱਚੋਂ ਪਾਣੀ ਦੀ ਇੱਕ ਧਾਰ ਬਾਹਰ ਨਿਰਮਲ ਜਿਹੜੀ ਉਹ ਵਹਿ ਟੁਰੀ। ਲਾਗੇ ਜੀਤਮਲ ਜੀ ਛੋਟੇ ਭਰਾ ਸੀ ਭਾਈ ਸੰਗੋ ਸ਼ਾਹ ਜੀ ਦੇ, ਉਹ ਖੜੇ ਸਨ। ਉਹਨਾਂ ਦੇ ਮਨ 'ਚ ਏਦਾਂ ਆਇਆ ਵੀ ਜੇ 2 ਹੱਥਾਂ ਨਾਲ ਪੁੱਟਦੇ ਨਾ ਸੰਗੋ ਸ਼ਾਹ ਜੀ ਤੇ ਪੁੱਟਿਆ ਜਾਣਾ ਸੀ। ਮਹਾਰਾਜ ਜੀ ਨੇ ਆਖਿਆ ਭਾਈ ਤੇਰਾ ਵੀ ਵਹਿਮ ਦੂਰ ਕਰ ਦਿੰਨੇ ਆ। ਸਤਿਗੁਰੂ ਜੀ ਨੇ ਦੁਬਾਰਾ ਫੇਰ ਬਰਛੇ ਦਾ ਵਾਰ ਕੀਤਾ। ਉਹ ਪਹਾੜ ਦੀ ਉਹ ਪੱਥਰ ਦੀ ਜਿਹੜੀ ਚਟਾਨ ਸੀ ਉਹਦੇ ਵਿੱਚ ਧਸ ਗਿਆ। ਮਹਾਰਾਜ ਜੀ ਕਹਿੰਦੇ ਜੀਤਮਲ ਜੀ ਦੋਵੇਂ ਹੱਥ ਲਾ ਕੇ ਪੁੱਟਿਓ। ਭਾਈ ਜੀਤਮਲ ਜੀ ਨੇ ਜਦੋਂ ਦੋਵੇਂ ਹੱਥ ਲਾ ਕੇ ਪੁੱਟਿਆ ਤਾਂ ਵੀ ਨਾ ਪੁੱਟਿਆ ਜਾਏ। ਕਲਗੀ ਉਹ ਵੀ ਫਿਰ ਥੋੜਾ ਜਿਹਾ ਕਿਉਂਕਿ ਮਨ 'ਚ ਆ ਗਈ ਸੀ ਬਿਰਤੀ ਤੇ ਫਿਰ ਲੱਜਤ ਵੀ ਹੋ ਕੇ ਪਿੱਛੇ ਖਲੋ ਗਏ। ਕਲਗੀਧਰ ਜੀ ਘੋੜੇ ਤੇ ਬੈਠਿਆਂ ਫਿਰ ਆਪਣੇ ਹੱਥ ਦੇ ਨਾਲੋਂ ਬਰਛਾ ਬਾਹਰ ਖਿੱਚਿਆ। ਮਾਮਾ ਕਿਰਪਾਲ ਚੰਦ ਜੀ ਕੋਲ ਖੜੇ ਸਨ। ਕਲਗੀਧਰ ਜੀ ਦੇ ਮਾਮਾ ਜੀ ਸਨ ਮਾਮਾ ਕਿਰਪਾਲ ਚੰਦ। ਮਹਾਰਾਜ 2 ਧਾਰਾਵਾਂ ਵਹਿ ਟੁਰੀਆਂ ਨੇ ਤੇ ਕਿਰਪਾ ਕਰੋ ਇੱਕ ਧਾਰ ਹੋਰ ਵਹਿ ਟੁਰੇ ਤੇ ਤਰਵੇਣੀ ਬਣ ਜਾਏ। ਇੱਥੇ ਗੰਗਾ ਜਮਨਾ ਤੇ ਵਗ ਪਈਆਂ ਤੇ ਮਹਾਰਾਜ ਸਰਸਵਤੀ ਵੀ ਪ੍ਰਗਟ ਕਰ ਦਿਓ ਇੱਥੋਂ, ਤੇ ਤੁਹਾਡੇ ਵਿਆਹ ਦੀ ਯਾਦਗਾਰੀ ਚਿੰਨ੍ਹ ਇੱਥੇ ਸਦਾ ਵਾਸਤੇ ਸਥਾਪਿਤ ਹੋ ਜਾਏਗਾ। ਸੰਗਤਾਂ ਆਉਣਗੀਆਂ, ਦਰਸ਼ਨ ਕਰਿਆ ਕਰਨਗੀਆਂ। ਗੁਰਦੇਵ ਨੇ ਤੀਜਾ ਵਾਰ ਕੀਤਾ, ਤੀਜੀ ਧਾਰ ਵੀ ਵਹਿ ਟੁਰੀ ਤੇ 3 ਧਾਰਾਵਾਂ ਨਿਰਮਲ ਜਲ ਦੀਆਂ, ਸਾਫ਼ ਜਲ ਦੀਆਂ ਉੱਥੋਂ ਵਹਿ ਟੁਰੀਆਂ। ਉਸ ਸਥਾਨ ਦਾ ਗੁਰਦੇਵ ਨੇ ਨਾਮ ਰੱਖਿਆ ਤਰਬੇਣੀ ਸਾਹਿਬ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਿਆਹ ਦਾ ਉਹ ਪੁਰਬ ਅੱਜ ਦੇ ਦਿਨ ਬਸੰਤ ਪੰਚਮੀ ਵਾਲੇ ਦਿਨ ਬੇਅੰਤ ਸੰਗਤਾਂ ਗੁਰੂ ਕੇ ਲਾਹੌਰ ਹਾਜ਼ਰੀਆਂ ਭਰ ਕੇ ਮਨਾਉਂਦੀਆਂ। ਭਾਂਤ ਭਾਂਤ ਦੇ ਪਕਵਾਨ ਮਠਿਆਈਆਂ ਬਣਦੀਆਂ, ਐਨ ਪੂਰਾ ਵਿਆਹ ਵਾਲਾ ਜਾਹੋ ਜਲਾਲ ਹੁੰਦਾ। ਕਲਗੀਆਂ ਵਾਲੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਪਵਿੱਤਰ ਸਥਾਨ ਤੇ ਜੋ ਆ ਕੇ ਗੁਰਦੇਵ ਨੇ ਬਖਸ਼ਿਸ਼ਾਂ ਕੀਤੀਆਂ, ਉਸ ਦਿਨ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅੱਜ ਇੱਕ ਮਹਾਨ ਸ਼ਹੀਦ ਦਾ ਸ਼ਹੀਦੀ ਦਿਹਾੜਾ ਵੀ ਹੈ। 17 ਸਾਲ ਦਾ ਸ਼ਹੀਦ। ਇਸ ਸ਼ਹੀਦ ਦਾ ਨਾਮ ਹੈ ਭਾਈ ਹਕੀਕਤ ਰਾਏ। ਬਾਗਮਲ ਜੀ ਦੇ ਘਰ ਇਸ ਬਾਲਕ ਦਾ ਜਨਮ ਹੋਇਆ ਤੇ ਪਿਤਾ ਨੇ ਚੰਗੀ ਵਿਦਿਆ ਪੜ੍ਹਨ ਵਾਸਤੇ ਉਹਨਾਂ ਵੇਲਿਆਂ ਵਿੱਚ ਫਾਰਸੀ ਅਰਬੀ ਦੀ ਵਿਦਿਆ, ਜਿਵੇਂ ਅੱਜ ਕੱਲ੍ਹ ਅੰਗਰੇਜ਼ੀ ਕਹੀ ਜਾਂਦੀ ਹੈ ਵੀ ਸਿੱਖਣੀ ਜ਼ਰੂਰੀ ਹੈ, ਉਦੋਂ ਫਾਰਸੀ ਸਮੇਂ ਦੀ ਸਰਕਾਰ ਸੀ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਇਆਨੰਦ ਸਵਾਮੀ ਜੀ ਨੇ ਇਹਨਾਂ ਦੇ ਪਰਿਵਾਰ ਤੇ ਬਖਸ਼ਿਸ਼ ਹੋਈ। ਇਹ ਸਹਿਜਧਾਰੀ ਸਿੱਖ ਪੜਨ ਵਾਸਤੇ ਪਾਇਆ ਗਿਆ। ਇੱਕ ਗੁਰਸਿੱਖ ਦੀ ਲੜਕੀ ਨਾਲ ਇਹਨਾਂ ਦੀ ਸ਼ਾਦੀ ਹੋ ਗਈ। ਭਾਈ ਹਕੀਕਤ ਰਾਏ ਜੀ ਛੋਟੀਆਂ ਉਮਰਾਂ 'ਚ ਉਦੋਂ ਸ਼ਾਦੀ ਹੋ ਜਾਂਦੀ ਸੀ ਤੇ ਸਿੱਖੀ ਦਾ ਪ੍ਰਭਾਵ ਹਿਰਦੇ ਵਿੱਚ ਸੀ। ਇੱਕ ਮਕਤਬ ਦੇ ਵਿੱਚ ਪੜਨ ਗਏ ਤੇ ਉੱਥੇ ਜਿਵੇਂ ਹੋਰ ਬੱਚੇ ਹੁੰਦੇ ਆ ਮੌਲਵੀ ਕਾਜ਼ੀਆਂ ਦੇ, ਉਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਤੇ ਭਾਈ ਹਕੀਕਤ ਰਾਏ ਨੂੰ ਉਹ ਕਹਿਣ ਲੱਗੇ ਵੀ ਤੁਹਾਡੇ ਜਿਹੜੇ ਹਿੰਦੂ ਵੀਰਾਂ ਦੀਆਂ ਦੇਵੀਆਂ ਹੁੰਦੀਆਂ ਨੇ ਜਾਂ ਦੇਵਤੇ ਹੁੰਦੇ, ਉਹਨਾਂ ਦੀ ਭੰਡੀ ਕਰਨ ਲੱਗ ਪਏ। ਦੇਵੀਆਂ ਵਾਸਤੇ ਉਹਨਾਂ ਨੇ ਕੋਈ ਅਪਮਾਨਜਨਕ ਸ਼ਬਦ ਕਹੇ ਵੀ ਹਿੰਦੂ ਧਰਮ ਦੇ ਵਿੱਚ ਜਿਹੜੀਆਂ ਦੇਵੀਆਂ ਹੁੰਦੀਆਂ। ਤੇ ਸੁਭਾਵਕ ਭਾਈ ਹਕੀਕਤ ਰਾਏ ਸਾਹਿਬ ਨੇ ਉਹਨਾਂ ਨਾਲ ਦੇ ਸਾਥੀਆਂ ਨੂੰ ਆਖਿਆ ਵੀ ਤੁਹਾਨੂੰ ਇਦਾਂ ਦੇ ਬੋਲ, ਕਿਸੇ ਵੀ ਉਹਨਾਂ ਦੀ ਮਾਨਤਾ ਹੈ, ਉਹ ਦੇਵੀਆਂ ਨੂੰ ਮੰਨਦੇ ਹੈ, ਪਰ ਤੁਹਾਡਾ ਹੱਕ ਨਹੀਂ ਹੈ ਕਿ ਤੁਸੀਂ ਉਹਨਾਂ ਦੀਆਂ ਦੇਵੀਆਂ ਜਾਂ ਦੇਵਤਿਆਂ ਦੇ ਬਰਖਲਾਫ ਬੋਲੋ। ਫਿਰ ਦੇਵੀਆਂ ਵਾਸਤੇ ਬੜੀ ਭੱਦੀ ਸ਼ਬਦਾਵਲੀ ਇਹਨਾਂ ਨੇ ਵਰਤੀ ਸੀ। ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਲੜਕੀ ਫਾਤਿਮਾ ਹੈ ਉਹਨੂੰ ਬੜਾ ਸਤਿਕਾਰ ਦਿੰਦੇ ਹੋ, ਜੇ ਉਹ ਹਿੰਦੂ ਤੁਹਾਡੀ ਫਾਤਿਮਾ ਵਾਸਤੇ ਗਲਤ ਸ਼ਬਦ ਵਰਤਣ ਤੇ ਤੁਹਾਨੂੰ ਵੀ ਦੁੱਖ ਲੱਗੇਗਾ। ਇਹ ਤਾਂ ਸੁਭਾਵਕ ਗੱਲ ਕਹੀ ਸੀ ਭਾਈ ਹਕੀਕਤ ਰਾਏ ਨੇ। ਜੇ ਉਹ ਤੁਹਾਡੀ ਫਾਤਿਮਾ ਬੀਬੀ ਵਾਸਤੇ ਕੋਈ ਇਦਾਂ ਦੇ ਸ਼ਬਦ ਕਹਿਣ ਤੇ ਤੁਹਾਨੂੰ ਵੀ ਦੁੱਖ ਲੱਗੇਗਾ ਨਾ। ਪਰ ਉਹਨਾਂ ਨੇ ਇਸ ਗੱਲ ਦਾ ਬੜਾ ਦੁੱਖ ਮਨਾਇਆ ਵੀ ਤੁਸੀਂ ਸਾਡੀ ਫਾਤਿਮਾ ਬੀਬੀ ਵਾਸਤੇ ਸ਼ਬਦ ਕਹੇ। ਹਾਲਾਂਕਿ ਭਾਈ ਹਕੀਕਤ ਰਾਏ ਜੀ ਨੇ ਕੋਈ ਅਪਮਾਨਜਨਕ ਸ਼ਬਦ ਨਹੀਂ ਸੀ ਕਿਹਾ। ਕਾਜ਼ੀਆਂ ਮੌਲਵੀਆਂ ਨੇ ਮੁੱਦਾ ਉਠਾ ਲਿਆ। ਜਿਹੜਾ ਲੋਕਲ ਨਵਾਬ ਸੀ ਉਹਦੇ ਕੋਲ ਜਾ ਕੇ ਹਕੀਕਤ ਰਾਏ ਦੇ ਖਿਲਾਫ ਪਰਚਾ ਦਰਜ ਕਰਾ ਦਿੱਤਾ। ਪਰ ਜਦੋਂ ਉਹਨੇ ਪੜਤਾਲ ਕੀਤੀ, ਉਹ ਸਿਆਣਾ ਸੀ, ਉਹਨੇ ਵੇਖਿਆ ਵੀ ਹਕੀਕਤ ਰਾਏ ਦਾ ਕੋਈ ਦੋਸ਼ ਨਹੀਂ ਹੈ। ਉਹਨੇ ਉਹ ਜਿਹੜਾ ਕੇਸ ਸੀ ਅੱਗੇ ਲਾਹੌਰ ਟ੍ਰਾਂਸਫਰ ਕਰ ਦਿੱਤਾ ਵੀ ਲਾਹੌਰ ਸੂਬਾ ਜ਼ਕਰੀਆ ਬੜਾ ਮਲੇਚ ਸੀ। ਮੌਲਵੀਆਂ ਨੇ ਜ਼ੋਰ ਪਾ ਕੇ ਉਹ ਜਿਹੜਾ ਕੇਸ ਸੀ ਉੱਥੇ ਟ੍ਰਾਂਸਫਰ ਕਰਾ ਲਿਆ ਵੀ ਲਾਹੌਰ ਦੇ ਨਵਾਬ ਕੋਲੋਂ ਅਸੀਂ ਫੈਸਲਾ ਕਰਾਵਾਂਗੇ। ਭਾਈ ਹਕੀਕਤ ਰਾਏ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਕੋਰਟ ਕਚਹਿਰੀਆਂ ਸਨ, ਉਹਨਾਂ ਕੋਰਟ ਕਚਹਿਰੀਆਂ ਦੇ ਉੱਤੇ ਨਵਾਬਾਂ ਦਾ ਕਬਜ਼ਾ ਸੀ। ਕਾਜ਼ੀ ਮੌਲਵੀ ਜਿਹੜੇ ਅੱਜ ਕੱਲ੍ਹ ਜਿਵੇਂ ਜੱਜ ਹੁੰਦੇ ਆ, ਉਹਨਾਂ ਉੱਤੇ ਸਰਕਾਰਾਂ ਦਾ ਦਬਦਬਾ ਸੀ। ਉਹ ਆਪਣੀ ਮਰਜ਼ੀ ਨਾਲ ਆਪਣੇ ਫਾਇਦਿਆਂ ਵਾਸਤੇ ਲੋਕਾਂ ਲਈ ਕਾਨੂੰਨਾਂ ਨੂੰ ਬਣਾ ਕੇ ਉਹ ਲਾਗੂ ਕਰਾਉਂਦੇ ਸੀ। ਕੋਈ ਇਨਸਾਫ ਨਹੀਂ ਸੀ ਹੁੰਦਾ ਉੱਥੇ। ਭਾਈ ਹਕੀਕਤ ਰਾਏ ਜੀ ਨੂੰ ਜਿਸ ਵੇਲੇ ਸੱਦਿਆ ਗਿਆ, ਕਹਿਣ ਲੱਗੇ ਹਕੀਕਤ ਰਾਏ ਜਾਂ ਤਾਂ ਇਸਲਾਮ ਕਬੂਲ ਕਰ ਲੈ ਤੇ ਜਾਂ ਫਿਰ ਮਰਨ ਨੂੰ ਤਿਆਰ ਹੋ ਜਾ, ਸਿੱਖੀ ਛੱਡ ਦੇ। 17 ਸਾਲ ਦਾ ਇਹ ਨੌਜਵਾਨ ਭਾਈ ਹਕੀਕਤ ਰਾਏ ਬੜੀ ਕੜਕਵੀਂ ਆਵਾਜ਼ ਵਿੱਚ ਬੋਲਿਆ, ਜ਼ਕਰੀਆ ਮੈਂ ਆਪਣੇ ਸਾਹਿਬ ਦੀ ਸਿੱਖੀ ਧਾਰਨ ਕੀਤੀ ਹੋਈ ਹੈ, ਮੈਂ ਆਪਣੇ ਗੁਰਦੇਵ ਦੀ ਸਿੱਖੀ ਨੂੰ ਕਦੇ ਵੀ ਨਹੀਂ ਤਿਆਗਾਂਗਾ, ਭਾਵੇਂ ਮੈਨੂੰ ਸਿਰ ਦੇਣਾ ਪੈ ਜਾਏ। ਮੈਨੂੰ ਮੇਰੇ ਗੁਰੂ ਦੀ ਸਿੱਖੀ ਪਿਆਰੀ ਹੈ। ਕਹਿਣ ਲੱਗੇ ਫਿਰ ਚੰਗਾ, ਤੈਨੂੰ ਸ਼ਹੀਦ ਕੀਤਾ ਜਾਏਗਾ। ਹਕੀਕਤ ਰਾਏ ਜੀ ਨੇ ਆਖਿਆ, ਉਹ ਕਹਿੰਦੇ ਕਈਆਂ ਨੇ ਆਖਿਆ ਕੋਲਦਿਆਂ ਨੇ ਨਾਲਦਿਆਂ ਨੇ ਵੀ ਤੂੰ ਹਲੇ 17 ਸਾਲਾਂ ਦਾ ਹੈ, ਮੰਨ ਜਾ ਇਹਨਾਂ ਦੀ ਗੱਲ। ਉਹ ਕਹਿੰਦੇ 17 ਸਾਲਾਂ ਦਾ ਹੋ ਗਿਆ ਤਾਂ ਵੀ ਧੰਨਵਾਦ ਹੈ ਮੇਰੇ ਗੁਰੂ ਦਾ, ਨਹੀਂ ਤਾਂ ਬਹੁਤ ਸਾਰੇ ਬੱਚੇ ਨੇ 5-4 ਸਾਲ ਦੀ ਉਮਰ 'ਚ ਚੇਚਕ ਨਾਲ ਹੀ ਮਰ ਜਾਂਦੇ ਨੇ। ਜੇ ਮੈਂ ਉਦੋਂ ਨਹੀਂ ਮਰਿਆ,
ਇਸ ਉਮਰ ਤੱਕ ਪਹੁੰਚਿਆ ਤੇ ਸ਼ਾਇਦ ਕੋਈ ਭਲਾ ਹੀ ਹੋਵੇ। ਮਰਨਾ ਅੱਜ ਵੀ ਹੈ। ਚਲੋ ਜੇ ਇਸਲਾਮ ਕਬੂਲ ਕਰ ਲਵਾਂ ਤੇ ਮੈਂ ਚਲਾ ਜਾਵਾਂ ਤੇ ਘਰ ਜਾ ਕੇ ਹੈਜਾ ਹੋ ਜੇ ਤੇ ਹੈਜੇ ਨਾਲ ਮਰ ਗਿਆ, ਮੌਤ ਤਾਂ ਫਿਰ ਵੀ ਹੋਈ ਜਾਣੀ ਹੈਜਾ ਨਾ ਹੋਇਆ ਤੇ ਉਦਾਂ ਵੀ ਜੇ 10-20 ਸਾਲ ਹੋਰ ਕੱਢ ਗਿਆ, ਮਰਨਾ ਤਾਂ ਹੈ ਹੀ ਹੈ। ਤੇ ਕਿਉਂ ਨਾ ਮੈਂ ਅੱਜ ਮਰ ਕੇ ਆਪਣਾ ਮਰਨਾ ਸਫਲ ਕਰ ਲਵਾਂ, ਆਪਣੇ ਗੁਰੂ ਦੀ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾ ਕੇ। ਇਹ ਮਰਨਾ ਐਸਾ ਹੋਵੇਗਾ ਕਿ ਇਸ ਮਰਨੇ ਤੋਂ ਬਾਅਦ ਮੈਨੂੰ ਮੁੜ ਕੇ ਨਹੀਂ ਮਰਨਾ ਪਵੇਗਾ। ਬਹੁਰ ਨਾ ਮਰਨਾ ਹੋਏ, ਬਹੁਰ ਨਾ ਮਰਨਾ ਹੋਏ, ਬਹੁਰ ਨਾ ਮਰਨਾ ਹੋਏ, ਬਹੁਰ ਨਾ ਮਰਨਾ ਹੋਏ। ਐਸੀ ਮਰਨੀ ਜੋ ਮਰੈ, ऐसी मरनी जो मरै, ऐसी मरने जो मरै, ऐसी मरने जो मरै। बहुर न मरना होए, बहुर न मरना होए, बहुर न मरना होए, बहुर न मरना होए। ਇਹ ਮਰਨੀ ਐਸੀ ਹੈ ਕਿ ਮੁੜ ਕੇ ਮਰਨਾ ਨਹੀਂ ਹੋਵੇਗਾ। ਭਾਈ ਹਕੀਕਤ ਰਾਏ ਜੀ ਨੂੰ ਲਾਹੌਰ ਦੇ ਬਾਜ਼ਾਰ ਵਿੱਚ ਅੱਜ ਬਸੰਤ ਪੰਚਮੀ ਵਾਲੇ ਦਿਨ ਖੜਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਔਰ ਲਾਹੌਰ ਸ਼ਹਿਰ ਵਿੱਚ ਬਸੰਤ ਪੰਚਮੀ ਵਾਲੇ ਦਿਨ ਅੱਜ ਵੀ ਉਸ ਸਥਾਨ ਤੇ ਜਿੱਥੇ ਭਾਈ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਗਿਆ, ਜਦੋਂ ਤੱਕ ਸਿੱਖਾਂ ਦਾ ਉੱਥੇ ਉਹ ਨਗਰ ਰਿਹਾ, ਉੱਥੇ ਉਹ ਜੋੜ ਮੇਲਾ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਰਿਹਾ। ਬਸੰਤ ਪੰਚਮੀ ਦੇ ਅੱਜ ਦੇ ਇਸ ਪਵਿੱਤਰ ਦਿਨ ਤੇ ਭਾਈ ਹਕੀਕਤ ਰਾਏ ਦੀ ਸ਼ਹਾਦਤ ਨੂੰ, ਉਹਨਾਂ ਦੀ ਸ਼ਹੀਦੀ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਪੜ੍ਹੀਏ ਪਿਆਰ ਨਾਲ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਦ ਆਵੈ ਧਾਏ, ਘਰ ਨੌ ਨਿਦ ਆਵੈ ਧਾਏ, ਘਰ ਨੌ ਨਿਤ ਆਵੈ ਧਾਏ, ਘਰ ਨੌ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਬਾਦਰ ਹੈ ਤਿਹ ਨਰ ਜਗ ਮੈਂ, ਜਾਣਿਓ ਨਹੀਂ ਹੈ ਇਹੀ ਜਗ ਕਾਦਰ। ਕਹਿੰਦੇ ਉਹ ਬੰਦੇ ਸੰਸਾਰ 'ਚ ਵਿਅਰਥ ਹੀ ਆਪਣਾ ਜਨਮ ਬਤੀਤ ਕਰਦੇ ਨੇ, ਜਿਹੜੇ ਨਹੀਂ ਜਾਣਦੇ ਕਿ ਜਗਤ ਦੇ ਕਾਦਰ, ਸੰਸਾਰ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਹਨ। ਉਹ ਬੰਦੇ ਆਪਣੀ ਜ਼ਿੰਦਗੀ ਵਿਅਰਥ ਹੀ ਬਤੀਤ ਕਰ ਜਾਂਦੇ ਨੇ,
ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਸਾਰ ਦਾ ਕਾਦਰ ਨਹੀਂ ਜਾਣਦੇ, ਮਾਲਕ ਨਹੀਂ ਜਾਣਦੇ। ਐਸੇ ਜਗਤ ਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ, ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ। ਰਾਗ ਬਿਲਾਵਲ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਹੁਕਮਨਾਮੇ ਦੀ ਦਾਤ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਤਿਗੁਰਾਂ ਨੇ ਬਖਸ਼ੀ। ਰਾਗ ਬਿਲਾਵਲ ਹੈ। ਪਾਤਸ਼ਾਹ ਫਰਮਾਉਂਦੇ ਹਨ, ਆਪੇ ਸ਼ਬਦ ਆਪੇ ਨਿਸ਼ਾਨ। ਵਾਹਿਗੁਰੂ ਜੀ, ਤੁਸੀਂ ਆਪ ਹੀ ਬ੍ਰਹਮ ਰੂਪ ਹੋ ਕੇ ਸਾਰਿਆਂ ਵਿੱਚ ਵਰਤ ਕੇ ਆਪ ਹੀ ਸਾਰਿਆਂ ਵਿੱਚ ਪ੍ਰਗਟ ਹੋ। ਨਿਸ਼ਾਨ ਨਾਮ ਪ੍ਰਗਟ ਦਾ। ਇਸ ਤਰ੍ਹਾਂ ਵੀ ਅਰਥ ਕਰਦੇ ਮਹਾਂਪੁਰਸ਼, ਤੁਸੀਂ ਸ਼ਬਦ ਰੂਪ ਹੋ ਕੇ ਨਿਰਗੁਣ ਰੂਪ ਹੋ ਕੇ ਵੀ ਆਪ ਹੀ ਹੋ ਤੇ ਨਿਸ਼ਾਨ ਸਰਗੁਣ ਰੂਪ ਹੋ ਕੇ ਪ੍ਰਗਟ ਵੀ ਆਪ ਹੀ ਹੋ। ਇਸ ਤਰ੍ਹਾਂ ਵੀ ਅਰਥ ਕੀਤਾ, ਹੇ ਵਾਹਿਗੁਰੂ, ਤੁਹਾਡੀ ਸਿਫਤ ਸਲਾਹ ਦਾ ਸ਼ਬਦ ਜੋ ਹੈ ਉਹ ਤੁਸੀਂ ਆਪ ਹੀ ਹੋ ਔਰ ਆਪ ਜੀ ਦੀ ਸਿਫਤ ਸਲਾਹ ਦਾ ਸ਼ਬਦ ਜਿਨ੍ਹਾਂ ਨੂੰ ਪ੍ਰਵਾਨਗੀ ਵਜੋਂ ਪ੍ਰਾਪਤ ਹੋ ਜਾਂਦਾ, ਮਿਲ ਜਾਂਦਾ ਹੈ, ਉਹਨਾਂ ਲਈ ਉਹ ਰਾਹਦਾਰੀ ਬਣ ਜਾਂਦਾ। ਨਿਸ਼ਾਨ ਦਾ ਮਤਲਬ ਹੁੰਦਾ ਰਾਹਦਾਰੀ। ਨਿਰੰਕਾਰ ਦੇ ਘਰ ਵਿੱਚ ਜਾਣ ਵਾਸਤੇ ਐਂਟਰੀ ਦੀ ਪਰਚੀ ਮਹਾਰਾਜ ਉਹ ਤੁਹਾਡਾ ਸ਼ਬਦ ਹੈ। ਹਾਂਜੀ। ਆਪੇ ਸੁਰਤਾ ਆਪੇ ਜਾਨ। ਵਾਹਿਗੁਰੂ ਜੀ, ਤੁਸੀਂ ਆਪ ਹੀ ਸੁਰਤਾ ਜਗਿਆਸੂ ਹੋ। ਆਪਣੇ ਆਪ ਨੂੰ ਜਾਣਨ ਦੀ ਕਾਂਖਾ ਰੱਖਣ ਵਾਲੇ ਵੀ ਆਪ ਹੀ ਹੋ ਔਰ ਤੁਸੀਂ ਆਪ ਹੀ ਆਪਣੇ ਆਪ ਨੂੰ ਜਾਣਦੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਬੰਦਾ ਰੱਬ ਨੂੰ ਜਾਣਦਾ, ਆਪਾਂ ਕਹਿੰਦੇ ਵੀ ਬੰਦਾ ਰੱਬ ਨੂੰ ਜਾਣ ਜਾਏ, ਵੈਸੇ ਜਦੋਂ ਬੰਦਾ ਰੱਬ ਨੂੰ ਜਾਣਦਾ ਉਹ ਬੰਦਾ ਰਹਿੰਦਾ ਹੀ ਨਹੀਂ, ਰੱਬ ਹੀ ਰੱਬ ਨੂੰ ਜਾਣਦਾ, ਫਿਰ ਉਹ ਰੱਬ ਰੂਪ ਹੀ ਹੋ ਜਾਂਦਾ। ਫਿਰ ਤਾਂ ਉਹ ਮਨੁੱਖ ਰਿਹਾ, ਉਹ ਤਾਂ ਬ੍ਰਹਮ ਰੂਪ ਹੋ ਗਿਆ। ਇਸ ਕਰਕੇ ਇੱਥੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਆਪ ਨੂੰ ਜਾਣਨ ਵਾਲੇ ਵੀ ਖੁਦ ਆਪ ਹੀ ਹੋ। ਆਪੇ ਕਰ ਕਰ ਵੇਖੈ ਤਾਣ। ਆਪ ਹੀ ਸਾਰੇ ਜਗਤ ਨੂੰ ਕਰ ਕਰਕੇ ਫਿਰ ਵੇਖਦੇ ਹੋ, ਕੱਲੇ ਕੱਲੇ ਜੀਵ ਜੰਤ ਦੀ ਪਾਲਣਾ ਕਰਦੇ ਹੋ ਆਪਣੇ ਤਾਣ ਨਾਲ, ਆਪਣੇ ਬਲ ਨਾਲ। ਬਣਾ ਕੇ, ਕਰਕੇ, ਪੈਦਾ ਕਰਕੇ ਸਭ ਨੂੰ ਵੇਖਣ ਵਾਲੇ ਹੇ ਪ੍ਰਭੂ ਜੀ ਤੁਸੀਂ ਆਪ ਹੋ। ਤੂੰ ਦਾਤਾ ਨਾਮ ਪਰਵਾਨ। ਹੇ ਵਾਹਿਗੁਰੂ ਜੀ, ਤੁਸੀਂ ਨਾਮ ਦੇ ਦਾਤੇ ਹੋ। ਜਿਨ੍ਹਾਂ ਨੂੰ ਤੁਸੀਂ ਨਾਮ ਦਾ ਦਾਨ ਬਖਸ਼ਦੇ ਹੋ ਉਹ ਤੁਹਾਡੇ ਦਰ ਤੇ ਪ੍ਰਵਾਨ ਹੋ ਜਾਂਦੇ ਆ। ਨਾਮ ਦੇ ਦਾਤੇ ਸਤਿਗੁਰੂ ਜੀ ਹਨ, ਕੋਈ ਬੰਦਾ ਨਾਮ ਨਹੀਂ ਦੇ ਸਕਦਾ। ਨਾਮ ਦੇ ਦਾਤੇ ਸਤਿਗੁਰੂ ਜੀ ਹਨ। ਜਿਨ੍ਹਾਂ ਨੂੰ ਤੁਸੀਂ ਇਹ ਨਾਮ ਦੀ ਦਾਤ ਬਖਸ਼ਦੇ ਹੋ ਉਹ ਤੁਹਾਡੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ। ਐਸਾ ਨਾਮ ਨਿਰੰਜਨ ਦੇਓ। ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਹੇ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਦਿਓ ਪ੍ਰਕਾਸ਼ ਰੂਪ ਵਾਹਿਗੁਰੂ ਜੀ, ਤੁਹਾਡਾ ਨਾਮ ਐਸਾ ਬਰਕਤਾਂ ਵਾਲਾ ਹੈ। ਆਉ ਜਾਚਕ ਤੂੰ ਅਲਖ ਅਪਿਓ। ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਦਰ ਦਾ ਮੰਗਤਾ ਹਾਂ। ਤੁਸੀਂ ਨਾ ਲਖੇ ਜਾਣ ਵਾਲੇ ਅਭਿਓ, ਭੇਦ ਤੋਂ ਰਹਿਤ ਹੋ। ਮੈਂ ਤੁਹਾਡੇ ਦਰ ਘਰ ਦਾ ਜਾਚਕ ਮੰਗਤਾ ਹਾਂ ਔਰ ਤੁਹਾਡੇ ਚਰਨਾਂ ਚੋਂ ਨਾਮ ਦੀ ਦਾਤ ਮੰਗਦਾ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ।
ਮਹਾਰਾਜ ਤੁਹਾਡੇ ਚਰਨਾਂ ਵਿੱਚੋਂ ਤੁਹਾਡੇ ਅੰਮ੍ਰਿਤ ਨਾਮ ਦੀ ਦਾਤ ਦਾਨ ਉਹ ਮੈਂ ਮੰਗਦਾ ਹਾਂ। ਰਹਾਉ ਮਾਇਆ ਮੋਹ ਧਰਕਟੀ ਨਾਰ। ਇਹ ਜਿਹੜਾ ਮਾਇਆ ਦਾ ਮੋਹ ਹੁੰਦਾ ਨਾ ਕਿਸੇ ਵੀ ਜੀਵ ਨਾਲ ਜਾਂ ਕਿਸੇ ਜੀਵ ਦਾ ਮਾਇਆ ਨਾਲ, ਇਸ ਤਰ੍ਹਾਂ ਹੈ ਜਿਵੇਂ ਵਿਭਚਾਰਣੀ ਔਰਤ ਦਾ ਮੋਹ ਹੁੰਦਾ ਹੈ। ਧਰਕਟੀ ਦਾ ਮਤਲਬ ਹੁੰਦਾ ਵਿਭਚਾਰਣੀ ਔਰਤ, ਕਰੈਕਟਰ ਤੋਂ ਕਿਰਦਾਰ ਤੋਂ ਡਿੱਗੀ ਹੋਈ। ਮਾਇਆ ਉਹ ਹੈ, ਨਖਸਮੀ ਹੈ ਨਾ, ਇਹਦਾ ਇੱਕ ਖਸਮ ਨਹੀਂ ਹੈ। ਇਹਦਾ ਮੋਹ ਵਿਭਚਾਰਣੀ ਔਰਤ ਦੇ ਸਮਾਨ ਹੈ। ਭੂੰਡੇ ਕਾਮਣ ਕਾਮਣਿਆਰ। ਇਹ ਜਿਹੜੀ ਮਾਇਆ ਹੈ ਭੂੰਡੀ, ਭੂੰਡੀ ਦਾ ਮਤਲਬ ਹੁੰਦਾ ਭੈੜੀ, ਇਹ ਬੜੀ ਭੈੜੀ ਹੈ। ਇਹ ਕਾਮਣ ਕਾਮਣਿਆਰ, ਇਹ ਜਾਦੂਗਰਨੀਆਂ ਟੂਣੇ ਪਾਣ ਵਾਲੀ ਹੈ। ਜਿਹੜੀਆਂ ਔਰਤਾਂ ਟੂਣੇ ਟਾਮਣ ਕਰਨ ਵਾਲੀਆਂ ਹੁੰਦੀਆਂ ਨੇ ਨਾ, ਪਿੰਡਾਂ ਨਗਰਾਂ ਵਿੱਚ ਹੁੰਦੀਆਂ, ਉਹਨਾਂ ਔਰਤਾਂ ਨੂੰ ਲੋਕ ਬੜਾ ਭੈੜਾ ਸਮਝਦੇ। ਪਰ ਪਾਤਸ਼ਾਹ ਕਹਿੰਦੇ ਸਭ ਤੋਂ ਭੈੜੀ ਟਾਮਣਿਆਰੀ ਟੂਣੇ ਕਰਨ ਵਾਲੀ ਤਾਂ ਇਹ ਮਾਇਆ ਹੈ। ਇਹ ਬੜੀ ਭੈੜੀ ਹੈ, ਇਹ ਬੜੇ ਟੂਣੇ ਕਰਦੀ ਹੈ ਜੀਵਾਂ ਤੇ, ਕਈ ਤਰ੍ਹਾਂ ਦੇ ਟੂਣੇ ਪਾ ਕੇ ਜੀਵਾਂ ਨੂੰ ਮੋਹੰਦੀ ਹੈ। ਰਾਜ ਰੂਪ ਝੂਠਾ ਦਿਨ ਚਾਰ। ਰਾਜ ਰੂਪ ਇਹ ਝੂਠਾ ਤੇ 4 ਦਿਨਾਂ ਦਾ ਹੈ। ਨਾ ਇਹ ਰੂਪ ਸदैवी ਰਹਿੰਦਾ, ਨਾ ਇਹ ਰਾਜ ਸदैवी ਰਹਿੰਦਾ। ਬੰਦਾ ਇਹਨਾਂ ਦਾ ਹੀ ਗੁਰੂਰ ਕਰਦਾ, ਰੂਪ ਦਾ ਵੀ ਮਾਣ ਕਰਦਾ, ਰਾਜ ਭਾਗ ਦਾ ਵੀ ਮਾਣ ਕਰਦਾ। ਰੂਪ ਦਾ ਮਾਣ ਕਰਨ ਵਾਲਿਆਂ ਨੂੰ ਬਜ਼ੁਰਗਾਂ ਵੱਲ ਵੇਖ ਲੈਣਾ ਚਾਹੀਦਾ, ਤੇ ਰਾਜ ਦਾ ਮਾਣ ਕਰਨ ਵਾਲਿਆਂ ਨੂੰ ਉਹਨਾਂ ਰਾਜ ਕਰਕੇ ਗਏ ਹੋਇਆਂ ਦੀਆਂ ਕਬਰਾਂ ਨੂੰ ਵੇਖ ਲੈਣਾ ਚਾਹੀਦਾ, ਉਹਨਾਂ ਦੀਆਂ ਮੜੀਆਂ ਨੂੰ ਵੇਖ ਲੈਣਾ ਚਾਹੀਦਾ ਵੀ ਕਿਵੇਂ ਮਰੇ ਪਏ ਨੇ, ਵੀ ਜਿਵੇਂ ਕਦੇ ਕਿਤੇ ਹੋਏ ਹੀ ਨਹੀਂ ਸਨ। ਪਾਤਸ਼ਾਹ ਕਹਿੰਦੇ ਵੀ ਇਹ ਰਾਜ ਤੇ ਰੂਪ ਝੂਠਾ ਹੈ ਔਰ 4 ਦਿਨਾਂ ਦਾ ਹੈ, ਇਹ ਸदैवी ਨਹੀਂ ਹੈ। ਨਾਮ ਮਿਲੈ ਚਾਨਣ ਅੰਧਿਆਰ। ਮਹਾਰਾਜ ਆਪ ਜੀ ਦਾ ਅੰਮ੍ਰਿਤ ਨਾਮ ਮਿਲ ਜਾਏ ਤੇ ਮੇਰੇ ਅੰਧਕਾਰ ਭਰੇ ਜੀਵਨ 'ਚ ਚਾਨਣਾ ਹੋ ਜਾਏ, ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇ। ਚੱਖ ਛੋੜੇ ਸਹਸਾ ਨਹੀਂ ਕੋਏ। ਸਾਹਿਬ ਕਹਿੰਦੇ ਮੈਂ ਇਸ ਮਾਇਆ ਨੂੰ ਚੰਗੀ ਤਰ੍ਹਾਂ ਵੇਖ ਲਿਆ, ਹੁਣ ਇਹਦੇ ਪ੍ਰਤੀ ਕੋਈ ਤੋਖਲਾ ਨਹੀਂ ਰਿਹਾ, ਜਾਣ ਲਿਆ ਕਿ ਇਹ ਮਾਇਆ ਅਨਿਰਵਚਨੀय ਹੈ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂਜੀ, ਬਾਪ ਦਿਸੈ ਵੇ ਜਾਤ ਨਾ ਹੋਏ। ਜਿਹਦੇ ਸਿਰ ਤੇ ਬਾਪ ਹੋਵੇ ਨਾ, ਪਤਾ ਹੁੰਦਾ ਵੀ ਉਹਦਾ ਪੁੱਤਰ ਹੈ। ਜਿਹਦੇ ਸਿਰ ਤੇ ਹੈ ਵਾਹਿਗੁਰੂ ਜੀ ਤੁਸੀਂ ਸੁਆਮੀ ਹੋ, ਮਾਲਕ ਹੋ, ਉਹਨੂੰ ਫਿਰ ਨਖਸਮਾ ਨਹੀਂ ਕਿਹਾ ਜਾਂਦਾ, ਉਹਨੂੰ ਕਿਹਾ ਜਾਂਦਾ ਫਲਾਣੇ ਦਾ ਸਿੱਖ ਹੈ, ਇਹ ਗੁਰੂ ਨਾਨਕ ਦਾ ਸਿੱਖ ਹੈ। ਇਹ ਸੀਸ ਤੇ ਦਸਤਾਰ ਹੋਵੇ, ਗਾਤਰੇ ਸ਼੍ਰੀ ਸਾਹਿਬ ਹੋਵੇ, ਚਿਹਰੇ ਤੇ ਸੁੰਦਰ ਦਾੜਾ ਸੁਭਾਏਮਾਨ ਹੋਵੇ, ਤੇ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਿਆਰ ਬਰ ਤਿਆਰ ਸਿੰਘ ਹੈ। ਤੇ ਹੋਵੇ ਕੌਣ ਮੌਨ, ਪਤਾ ਹੀ ਨਾ ਹੋਵੇ ਕਿ ਇਧਰ ਪੂਰਬ ਸਾਈਡ ਦਾ ਰਹਿਣ ਵਾਲਾ ਹੈ ਕਿ ਯੂਪੀ ਦਾ ਰਹਿਣ ਵਾਲਾ, ਕੁਝ ਨਹੀਂ ਪਤਾ ਲੱਗਦਾ। ਕਈ ਵਾਰੀ ਭੁਲੇਖੇ ਨਾਲ ਹੀ ਕਹਿਣਾ ਪੈ ਜਾਂਦਾ ਭਈਆ, ਤੇ ਉਹ ਅੱਗੋਂ ਗੁੱਸਾ ਜਾ ਕਰਕੇ ਨਾ ਜੀ ਅਸੀਂ ਪੰਜਾਬੀ ਹੁੰਨੇ ਆ, ਹੈਰਾਨੀ। ਹਾਂਜੀ, ਏਕੇ ਕੋ ਨਾਹੀ ਭਉ ਕੋਏ। ਜਿਹੜੇ ਇੱਕ ਨਾਲ ਜੁੜੇ ਹੋਏ ਨੇ ਨਾ, ਉਹਨਾਂ ਨੂੰ ਭਉ ਨਹੀਂ ਵਿਆਪਦਾ। ਇੱਕ ਨਾਲ ਜੁੜਿਆ ਹੋਇਆ ਉਹਨਾਂ ਨੂੰ ਡਰ ਨਹੀਂ ਵਿਆਪਦਾ। ਉਹ ਕਹਿੰਦੇ ਡਰਨਾ ਕਿਉਂ, ਜੇ ਇੱਕ ਦਾ ਹੀ ਹੈ ਸਭ ਕੁਝ, ਦੂਜਾ ਹੈ ਹੀ ਨਹੀਂ ਕੋਈ। ਦੂਜਾ ਹੋਵੇਗਾ ਤੇ ਡਰ ਹੋਵੇਗਾ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਪਤਾ ਵੀ ਇੱਕੋ ਹੀ ਹੈ, ਦੂਜਾ ਹੈ ਹੀ ਨਹੀਂ ਕੋਈ, ਤੇ ਫਿਰ ਡਰ ਕਾਹਦਾ। ਕਰਤਾ ਕਰੇ ਕਰਾਵੈ ਸੋਏ। ਫਿਰ ਜਿਹੜਾ ਮੇਰਾ ਇੱਕ ਸੁਆਮੀ ਹੈ, ਉਹਨੇ ਹੀ ਕਰਨਾ ਤੇ ਉਹਨੇ ਹੀ ਕਰਾਉਣਾ, ਤੇ ਫਿਰ ਮੈਨੂੰ ਡਰ ਕਾਹਦਾ। ਜੋ ਕਰ ਹੀ ਹੋ ਰਿਹਾ ਹੈ, ਕਰਾ ਹੀ ਹੋ ਰਿਹਾ ਹੈ, ਕੋਈ ਦੂਜਾ ਹੈ ਹੀ ਨਹੀਂ। ਸ਼ਬਦ ਮੂਏ ਮਨ ਮਨ ਤੇ ਮਾਰਿਆ। ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਦੁਆਰਾ
ਆਪਣੇ ਮਨ ਨੂੰ ਮਾਰ ਲਿਆ। ਸ਼ਬਦ ਨੂੰ ਮੰਨਿਆ ਔਰ ਮੰਨ ਕੇ ਫਿਰ ਆਪਣੇ ਮਨ ਨੂੰ ਮਾਰ ਲਿਆ। ਮਨ ਮਾਰਨਾ ਫੁਰਨੇ ਕਫੁਰਨੇ ਖਤਮ ਕਰਨੇ, ਜਿੰਨੇ ਸੰਕਲਪ ਵਿਕਲਪ ਨੇ ਸਭ ਸ਼ਾਂਤ ਕਰਨੇ, ਇਹਨੂੰ ਕਹਿੰਦੇ ਨੇ ਮਨ ਮਾਰਨਾ। ਸਾਰੇ ਸੰਕਲਪ ਵਿਕਲਪਾਂ ਨੂੰ, ਫੁਰਨਿਆਂ ਕਫੁਰਨਿਆਂ ਨੂੰ ਸਤਿਗੁਰਾਂ ਦੇ ਸ਼ਬਦ ਦੁਆਰਾ ਮੈਂ ਆਪਣੇ ਅੰਦਰੋਂ ਮਾਰ ਦਿੱਤਾ ਹੈ। ਔਰ ਇਹ ਫੁਰਨੇ ਜਿਤਨੇ ਨੇ ਇਹ ਸਤਿਗੁਰਾਂ ਦੇ ਸ਼ਬਦ ਦੁਆਰਾ ਹੀ ਸ਼ਾਂਤ ਹੁੰਦੇ ਨੇ। ਜਿਵੇਂ ਜਿਵੇਂ ਗੁਰਸਿੱਖ ਸਾਧਕ ਸ਼ਬਦ ਦੀ ਕਮਾਈ ਕਰਦੇ ਨੇ, ਸ਼ਬਦ ਦਾ ਅਭਿਆਸ ਕਰਦੇ ਨੇ, ਤਿਵੇਂ ਤਿਵੇਂ ਮਨ ਦੇ ਸੰਕਲਪ ਵਿਕਲਪ ਸ਼ਾਂਤ ਹੁੰਦੇ ਚਲੇ ਜਾਂਦੇ ਨੇ। ਔਰ ਜਿਤਨੇ ਫੁਰਨੇ ਸ਼ਾਂਤ ਹੋਣਗੇ ਉਤਨਾ ਹੀ ਤੁਸੀਂ ਆਪਣੇ ਨਿਜ ਸਰੂਪ ਦੇ ਨੇੜੇ ਹੋਵੋਗੇ, ਉਤਨਾ ਹੀ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੇ ਸਮੀਪ ਜਾਣੋਗੇ, ਉਹ ਕੋਲ ਹੈ। ਤੇ ਜੇ ਮਨ ਦੇ ਫੁਰਨੇ ਸ਼ਾਂਤ ਨਹੀਂ ਹਨ, ਕੋਲ ਹੋ ਕੇ ਵੀ ਉਹ ਨਜ਼ਰ ਨਹੀਂ ਆਉਣਾ। ਹੱਥ 'ਚ ਮੋਬਾਈਲ ਵੀ ਫੜਿਆ ਹੋਵੇ, ਉਹਦੇ 'ਚ ਕੋਈ ਚੀਜ਼ ਵੇਖਦੇ ਹੋਈਏ, ਪਰਿਵਾਰ ਦੇ ਜੀ ਕੋਲ ਫਿਰੀ ਜਾਣ ਨਾ, ਸਾਨੂੰ ਕੀ ਕਹਿ ਗਏ ਨੇ ਕੋਲ, ਸਾਨੂੰ ਨਹੀਂ ਪਤਾ ਲੱਗਦਾ। ਉਹ ਕਹਿੰਦੇ ਹੁਣੇ ਤਾਂ ਕਿਹਾ ਸੀ ਤੈਨੂੰ, ਆਪਾਂ ਕਹਿੰਦੇ ਮੇਰਾ ਧਿਆਨ ਮੋਬਾਈਲ ਵਿੱਚ ਸੀ, ਮੈਂ ਉੱਥੇ ਵੇਖਦਾ ਸੀ। ਯਾਨੀ ਕਿ ਜਦੋਂ ਉਸ ਪਾਸੇ ਧਿਆਨ ਹੈ ਫਿਰ ਕੋਲ ਕੋਈ ਕੀ ਕਹਿ ਰਿਹਾ ਕਰ ਰਿਹਾ, ਉਹ ਕੋਲ ਹੋ ਕੇ ਵੀ ਨਹੀਂ ਸਾਨੂੰ ਪਤਾ ਲੱਗਦਾ। ਤਿਵੇਂ ਹੀ ਜਦੋਂ ਸਾਡਾ ਧਿਆਨ ਫੁਰਨਿਆਂ ਕਫੁਰਨਿਆਂ 'ਚ ਹੋਵੇਗਾ ਤਾਂ ਪ੍ਰਮਾਤਮਾ ਕੋਲ ਹੋ ਕੇ ਵੀ ਨਜ਼ਰ ਨਹੀਂ ਆਉਂਦਾ। ਪਰ ਜਿਵੇਂ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਫੁਰਨੇ ਸ਼ਾਂਤ ਹੁੰਦੇ ਨੇ, ਫਿਰ ਉਹ ਸਦਾ ਅੰਗ ਸੰਗੇ ਅਭੰਗੰ ਬਬੂਤੇ ਦੀ ਖੇਡ ਪ੍ਰਗਟ ਕਰ ਦਿੰਦਾ। ਹਾਂਜੀ। ਠਾਕ ਰਹੇ ਮਨ ਸਾਚੈ ਧਾਰਿਆ। ਅਸੀਂ ਆਪਣੇ ਮਨ ਵਿੱਚ ਸੱਚ ਨੂੰ ਧਾਰਨ ਕਰ ਲਿਆ, ਜਿਸ ਕਰਕੇ ਹੁਣ ਅਸੀਂ ਰੁਕ ਰਹੇ ਹਾਂ। ਸਾਡਾ ਜਿਹੜਾ ਮਨ ਹੈ ਉਹ ਰੁਕ ਗਿਆ, ਇਕਾਗਰ ਹੋ ਗਿਆ। ਆਵਰਨ ਸੂਝੈ ਗੁਰ ਕੋ ਵਾਰਿਆ। ਮੈਨੂੰ ਮੇਰੇ ਗੁਰੂ ਬਿਨਾਂ ਕੋਈ ਦੂਜਾ ਸੁਝਦਾ ਹੀ ਨਹੀਂ, ਇਸ ਕਰਕੇ ਮੈਂ ਤਾਂ ਆਪਣੇ ਗੁਰੂ ਤੋਂ ਵਾਰੇ ਜਾਂਦਾ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਆਪਣੇ ਸਤਿਗੁਰਾਂ ਤੋਂ ਵਾਰੇ ਜਾਂਦਾ ਹਾਂ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। 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 ਐਸੇ ਸਤਿਗੁਰੂ ਜੀ ਤੋਂ ਬਲਿਹਾਰ ਜਾਈਏ, ਵਾਰੇ ਵਾਰੇ ਜਾਈਏ। ਨਾਨਕ ਨਾਮ ਰਤੇ ਨਿਸਤਾਰਿਆ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੈਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ। ਜਿਹੜੇ ਰੰਗੇ ਹੋਏ ਨੇ ਭਾਈ, ਉਹੀ ਇਸ ਸੰਸਾਰ ਤੋਂ ਸਹਿਬ ਨੇ ਤਾਰੇ ਹਨ। ਐਸੇ ਗੁਰੂ ਤੋਂ ਬਲਿਹਾਰ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਲਿਹਾਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਲਿਹਾਰ। ਐਸੇ ਗੁਰ ਕੋ ਬਲ ਬਲ ਜਾਈਐ,
ऐसे गुर को बल बल जाइए। 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 ऐसे गुर को बल बल ਜਾਈਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਆਈਆਂ ਸਮੂਹ ਸੰਗਤਾਂ ਨੂੰ ਜੀਓ ਆਇਆਂ। ਜੋੜ ਮੇਲਿਆਂ ਦੀਆਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਬਖਸ਼ਿਸ਼ਾਂ ਦੀਆਂ ਗੁਰੂ ਕਲਗੀਧਰ ਜੀ ਦੇ ਵਿਆਹ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈਆਂ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਿਵੇਂ ਕਿ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ, 1 ਮਾਰਚ ਤੋਂ 6 ਮਾਰਚ ਤੱਕ ਨਗਰ ਕੀਰਤਨ ਪਟਿਆਲੇ ਜ਼ਿਲ੍ਹੇ ਦੇ ਜਿਹੜੇ ਇਤਿਹਾਸਕ ਸਥਾਨ ਨੇ ਉਹਨਾਂ ਸਥਾਨਾਂ ਦੀ ਯਾਤਰਾ ਵਾਸਤੇ 1 ਮਾਰਚ ਨੂੰ ਸਵੇਰੇ 9 ਵਜੇ ਦੁੱਖ ਨਿਵਾਰਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਣਗੇ। ਸੰਗਤਾਂ ਨੇ ਦਰਸ਼ਨ ਦੇਣੇ। ਔਰ ਪਟਿਆਲੇ ਜ਼ਿਲ੍ਹੇ ਦੀਆਂ ਸਮੂਹ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਨੌਵੇਂ ਪਾਤਸ਼ਾਹ ਜੀ ਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ 21 ਮਾਰਚ ਨੂੰ ਦਿਨ ਐਤਵਾਰ ਹੈ। 21 ਮਾਰਚ ਵਾਲੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਤਕਰੀਬਨ ਦੁਪਹਿਰ ਦੇ 2 ਵਜੇ ਤੱਕ ਮਹਾਨ ਕੀਰਤਨ ਦਰਬਾਰ ਹੋਣਗੇ, ਜਿਹਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਸਿੰਘ ਢਾਡੀ ਸਿੰਘ ਵਿਦਵਾਨ ਉਹ ਹਾਜ਼ਰੀਆਂ ਭਰਨਗੇ। ਉੱਥੇ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ, ਸੰਪਰਦਾਵਾਂ ਦੇ ਮੁਖੀ ਸਹਿਬਾਨ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ, ਕਿਉਂਕਿ ਅੱਜ ਦੇ ਦਿਨ ਤੇ ਸੰਗਤਾਂ ਬਾਹਰੋਂ ਵੀ ਬਹੁਤ ਆਈਆਂ, ਸ਼ਹਿਰ ਦੀਆਂ ਸੰਗਤਾਂ, ਹਰ ਇੱਕ ਮਾਈ ਭਾਈ ਦੀ ਜ਼ਿੰਮੇਵਾਰੀ ਹੈ ਕਿ ਭਾਈ ਹੋਰ ਸੰਗਤਾਂ ਨੂੰ ਵੀ ਪ੍ਰੇਰ ਕੇ 21 ਮਾਰਚ ਵਾਲੇ ਦਿਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਮਾਗਮਾਂ 'ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਜੀ ਦੀ ਸ਼ਤਾਬਦੀ ਮਨਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆਪਣੀ ਸ਼ਰਧਾ, ਆਪਣੀ ਭਾਵਨਾ, ਆਪਣਾ ਅਕੀਦਾ ਭੇਟ ਕਰੀਏ ਔਰ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।